Hello student, in this video we are doing topic concurrency control. So before doing concurrency, first of all we see what is transaction. Actually transaction is set of operations used to perform a logical unit of work. Means कोई भी ਆਪਾਂ ਕੰਮ ਕਰਨ ਲੱਗਦੇ ਆ ਉਹਦੇ ਨੰਬਰ ਆਫ ਆਪਰੇਸ਼ਨਸ ਪਰਫਾਰਮ ਹੁੰਦੇ ਆ ਤਾਂ ਉਹਨੂੰ ਆਪਾਂ ਟ੍ਰਾਂਜੈਕਸ਼ਨ ਬੋਲਦੇ ਆ। ਫੋਰ ਐਗਜ਼ਾਮਪਲ ਜਿਵੇਂ ਆਪਾਂ ਬੈਂਕ ਦੇ ਵਿੱਚ ਗਏ ਆਪਾਂ ਕੋਈ ਅਮਾਊਂਟ ਜਿਹੜੀ ਹੈਗੀ ਹੈ ਵਿਦਡਰਾ ਕਰਾਉਣੀ ਹੈ ਮੀਨਸ ਕਿ ਆਪਾਂ ਪੈਸੇ ਕਢਵਾਉਣੇ ਆ ਤੇ ਉਹਦੇ ਲਈ ਆਪਾਂ ਨੂੰ ਕੋਈ ਪ੍ਰੋਸੀਜਰ ਫੋਲੋ ਕਰਨਾ ਪਊਗਾ। ਪਹਿਲਾਂ ਆਪਾਂ ਫਾਰਮ ਭਰਾਂਗੇ ਜਾਂ ਚੈੱਕ ਭਰਾਂਗੇ, ਫਿਰ ਬੈਂਕ ਵਾਲੇ ਉਸ ਨੂੰ ਡਿਪੋਜ਼ਿਟ ਕਰਵਾ ਚੈੱਕ ਲਗਾਉਣਗੇ, ਫਿਰ ਆਪਾਂ ਨੂੰ ਜਿਹੜੀ ਹੈਗੀ ਪੇਮੈਂਟ ਵਾਪਸ ਦੇਣਗੇ। ਇਵੇਂ ਹੀ ਡਾਟਾਬੇਸ ਦੇ ਵਿੱਚ ਬਹੁਤ ਸਾਰੇ ਆਪਰੇਸ਼ਨਸ ਹੁੰਦੇ ਆ, ਜਿਵੇਂ ਰੀਡ ਦਾ ਮਤਲਬ ਆਪਾਂ ਡਾਟਾਬੇਸ ਨੂੰ ਅਸੈਸ ਕਰ ਰਹੇ ਹਾਂ। ਰਾਈਟ ਮੀਨਸ ਆਪਾਂ ਡਾਟਾਬੇਸ ਦੇ ਵਿੱਚ ਕੁਛ ਨਾ ਕੁਛ ਅਪਡੇਸ਼ਨਸ ਕਰ ਰਹੇ ਹਾਂ, ਚੇਂਜਸ ਕਰ ਰਹੇ ਹਾਂ। ਕਮਿਟ ਦਾ ਮੀਨਸ ਕੀ ਹੈ ਕਿ ਤੁਹਾਡੀ ਇੱਥੇ ਟ੍ਰਾਂਜੈਕਸ਼ਨ ਜਿਹੜੀ ਫਿਨਿਸ਼ ਹੋ ਰਹੀ ਹੈ। ਤਾਂ ਸੈਟ ਆਫ ਆਪਰੇਸ਼ਨਸ ਪਰਫਾਰਮ ਹੋ ਗਏ। ਜਦੋਂ ਨੰਬਰ ਆਫ ਸੈਟ ਆਫ ਆਪਰੇਸ਼ਨਸ ਪਰਫਾਰਮ ਹੁੰਦੇ ਆ, ਇੱਕ ਲੌਜੀਕਲ ਯੂਨਿਟ ਆਫ ਵਰਕ ਜਿਹੜਾ ਹੈਗਾ ਪਰਫਾਰਮ ਹੁੰਦਾ ਤਾਂ ਉਹਨੂੰ ਆਪਾਂ ਬੋਲਦੇ ਹਾਂ ਟ੍ਰਾਂਜੈਕਸ਼ਨ। ਹੁਣ ਜਿਵੇਂ ਮੈਂ ਐਗਜ਼ਾਮਪਲ ਲਈ ਹੋਈ ਟ੍ਰਾਂਜੈਕਸ਼ਨ ਦੀ, ਦੇਖੋ ਆਪਾਂ ਪਹਿਲਾਂ ਏ ਰੀਡ ਕੀਤਾ, ਏ ਦੀ ਵੈਲਿਊ ਤੁਹਾਡੀ ਹੈਗੀ ਹੈ 1000 ਔਰ ਬੀ ਦੀ ਹੈਗੀ 2000। ਮੈਂ ਏ ਰੀਡ ਕੀਤਾ, ਏ ਦੇ ਵਿੱਚੋਂ 500 ਮਾਈਨਸ ਕੀਤਾ, ਅਰਥਮੈਟਿਕ ਆਪਰੇਸ਼ਨ ਪਰਫਾਰਮ ਲਗਾਇਆ, ਇੱਥੇ ਅਰਥਮੈਟਿਕ ਫੰਕਸ਼ਨ ਪਰਫਾਰਮ ਹੋ ਰਿਹਾ। ਰਾਈਟ ਏ ਕੀਤਾ ਤਾਂ ਏ ਦੀ ਵੈਲਿਊ ਹੋ ਗਈ ਤੁਹਾਡੀ 500 ਮੀਨਸ ਏ ਦੀ 1000 ਸੀਗੀ, ਉਹਦੇ ਚੋਂ 500 ਮਾਈਨਸ ਹੋ ਗਿਆ ਮੀਨਸ ਰਾਈਟ ਏ ਆਪਾਂ ਲਿਖਾਂਗੇ 500। ਇਵੇਂ ਹੀ ਇੱਕ ਰੀਡ ਮੈਂ ਬੀ ਕੀਤਾ, ਬੀ ਦੇ ਵਿੱਚ ਪਲੱਸ ਕੀਤਾ 500, ਬੀ ਪਹਿਲਾਂ 2000 ਸੀ, ਹੁਣ ਬੀ ਦੀ ਵੈਲਿਊ ਰਾਈਟ ਕੀਤੀ ਤਾਂ ਇਹ ਬਣ ਗਈ 2500 ਮੀਨਸ 2500। ਉਸ ਤੋਂ ਬਾਅਦ ਆਪਾਂ ਕਮਿਟ ਕੀਤਾ, ਕਮਿਟ ਮੀਨਸ ਇੱਥੇ ਟ੍ਰਾਂਜੈਕਸ਼ਨ ਫਿਨਿਸ਼ ਹੋ ਰਹੀ ਹੈ ਤਾਂ ਹੁਣ ਡਾਟਾਬੇਸ ਦੇ ਵਿੱਚ ਏ ਦੀ ਵੈਲਿਊ ਹੋ ਜੂਗੀ 500 ਔਰ ਬੀ ਦੀ ਵੈਲਿਊ ਹੋ ਜੂਗੀ 2500। ਦੈਨ ਵਾਟ ਇਜ਼ ਕਨਕਰੈਂਸੀ ਕੰਟਰੋਲ। ਐਕਚੁਅਲੀ ਕਨਕਰੈਂਸੀ ਹੈ ਕੀ ਹੈ? ਕਨਕਰੈਂਸੀ ਦਾ ਮੀਨਸ ਜਦੋਂ ਆਪਾਂ ਕੋਈ ਵੀ ਟਾਸਕ ਇੱਕ ਟਾਸਕ ਜਿਹੜਾ ਹੈਗਾ ਸੇਮ ਟਾਈਮ 'ਤੇ ਬਹੁਤ ਜਾਣੇ ਕਰਦੇ ਆ, ਕਿਉਂਕਿ ਜਿਹੜੇ ਲਾਰਜ ਕੰਪਿਊਟਰ ਹੁੰਦੇ ਆ ਉਹਦੇ 'ਚ ਬਹੁਤ ਸਾਰੇ ਯੂਜ਼ਰ ਆ ਜਿਹੜਾ ਉਹਨੂੰ ਯੂਜ਼ ਕਰਦੇ ਆ। ਮਲਟੀਪਲ ਟ੍ਰਾਂਜੈਕਸ਼ਨਸ ਹੁੰਦੀਆਂ ਕੰਕਰੈਂਟਲੀ, ਮੀਨਸ ਸੇਮ ਟਾਈਮ 'ਤੇ ਬਹੁਤ ਸਾਰੀਆਂ ਟ੍ਰਾਂਜੈਕਸ਼ਨਸ ਹੋ ਰਹੀਆਂ ਹੁੰਦੀਆਂ, ਅਪਡੇਸ਼ਨਸ ਹੋ ਰਹੀਆਂ ਹੁੰਦੀਆਂ, ਤਾਂ ਉਹਦੇ ਨਾਲ ਕੰਪਲੀਕੇਸ਼ਨਸ ਆ ਜਾਂਦੀਆਂ ਤਾਂ ਡਾਟਾ ਜਿਹੜਾ ਹੈਗਾ ਡਾਟਾ ਦੀ ਕੰਸਿਸਟੈਂਸੀ ਦੇ ਵਿੱਚ ਪ੍ਰੋਬਲਮ ਆਉਂਦੀ ਆ। ਫੋਰ ਐਗਜ਼ਾਮਪਲ ਆਪਾਂ ਏਅਰਲਾਈਨ ਰੈਜ਼ਰਵੇਸ਼ਨ ਦੀ ਗੱਲ ਕਰੀਏ, ਉਹਦਾ ਜਿਹੜਾ ਡਾਟਾਬੇਸ ਹੈ ਬਹੁਤ ਸਾਰੇ ਯੂਜ਼ਰ ਸ਼ੇਅਰ ਕਰ ਰਿਹਾ ਹੈ, ਕੋਈ ਆਪਦੀ ਟਿਕਟ ਰਿਜ਼ਰਵ ਕਰਵਾ ਰਿਹਾ, ਕੋਈ ਬੁੱਕ ਕਰਵਾ ਰਿਹਾ, ਕੋਈ ਕੈਂਸਲ ਕਰਵਾ ਰਿਹਾ, ਤਾਂ ਬਹੁਤ ਸਾਰੇ ਯੂਜ਼ਰ ਜਿਹੜੇ ਹੈਗੇ ਆ ਉਸ ਡਾਟਾਬੇਸ ਨੂੰ ਸ਼ੇਅਰ ਕਰ ਰਿਹਾ, ਬਟ ਇੱਕ ਦੂਜੇ ਤੋਂ ਅਨਅਵੇਅਰ ਹੈ, ਕਿਸੇ ਨੂੰ ਪਤਾ ਨਹੀਂ ਹੁੰਦਾ ਕਿਹੜਾ ਯੂਜ਼ਰ ਕਿਸ ਟਾਈਮ 'ਤੇ ਕਦੋਂ ਯੂਜ਼ ਕਰ ਰਿਹਾ। ਤਾਂ ਕਨਕਰੈਂਟ ਟ੍ਰਾਂਜੈਕਸ਼ਨ ਜਦੋਂ ਹੁੰਦੀਆਂ ਉਹਦੇ 'ਚ ਕੀ ਪ੍ਰੋਬਲਮ ਆਉਂਦੀ ਹੈ ਕਿ ਉਹਦੇ 'ਚ ਕਈ ਵਾਰ ਪੋਸੀਬਿਲਿਟੀ ਹੋ ਜਾਂਦੀ ਹੈ ਉਹ ਇੱਕ ਦੂਜੇ ਨਾਲ ਇੰਟਰਫੇਅਰ ਕਰਦੀਆਂ। ਜਦੋਂ ਇੰਟਰਫੇਅਰ ਕਰਦੀਆਂ ਤਾਂ ਡਾਟਾਬੇਸ ਕੀ ਹੋ ਜਾਂਦਾ, ਇਨਕਨਸਿਸਟੈਂਟ ਹੋ ਜਾਂਦਾ, ਉਹਦੇ ਵਿੱਚ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਬਹੁਤ ਸਾਰੀਆਂ ਪ੍ਰੋਬਲਮ ਉਹਦੇ ਟ੍ਰਾਂਜੈਕਸ਼ਨ ਦੇ ਵਿੱਚ ਅਕਰ ਹੋ ਜਾਂਦੀਆਂ ਅਗਰ ਕਨਕਰੈਂਸੀ ਅਨਕੰਟਰੋਲਡ ਮੈਨਰ ਦੇ ਵਿੱਚ ਹੋਊਗੀ। ਇਸ ਕਰਕੇ ਆਪਾਂ ਨੂੰ ਕਨਕਰੈਂਸੀ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੇ ਜਿਹੜੀ ਹੈਗੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਤਾਂ ਕਿ ਜਿਹੜੀ ਤੁਹਾਡੀ ਕਨਕਰੈਂਸੀ ਅਨਕੰਟਰੋਲਡ ਮੈਨਰ 'ਚ ਨਾ ਹੋਵੇ। ਅਗਰ ਅਨਕੰਟਰੋਲਡ ਮੈਨਰ 'ਚ ਹੋਈ ਤਾਂ ਉਹਦੇ 'ਚ ਕੀ ਹੈ, ਇਨਕਨਸਿਸਟੈਂਸੀ ਦੀ ਪ੍ਰੋਬਲਮ ਆ ਜੂਗੀ, ਇੱਕ ਯੂਜ਼ਰ ਦੂਸਰੇ ਯੂਜ਼ਰ ਦੇ ਵਿੱਚ ਇੰਟਰਫੇਅਰ ਕਰਨ ਲੱਗ ਜੂਗਾ। ਕਨਕਰੈਂਸੀ ਕੰਟਰੋਲ ਦਾ ਮੀਨਿੰਗ ਕੀ ਹੈ ਕਿ ਦੋ ਯੂਜ਼ਰ ਜਿਹੜੇ ਇੱਕ ਦੂਸਰੇ ਦੇ ਕੰਮ ਦੇ ਵਿੱਚ ਇੰਟਰਫੇਅਰ ਨਾ ਕਰਨ। ਕਨਕਰੈਂਟ ਅਸੈਸ ਡਜ਼ ਨਾਟ ਕਾਜ਼ ਐਨੀ ਪ੍ਰੋਬਲਮ, ਉਨੀ ਦੇਰ ਤੱਕ ਕਨਕਰੈਂਟ ਅਸੈਸ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕਰਦੀ ਜਿੰਨੀ ਦੇਰ ਤੱਕ ਆਪਾਂ ਇੱਕ ਦੂਸਰੇ ਦੀ ਜਿਹੜੀ ਜੇ ਉਹ ਕੰਟਰੋਲਡ ਮੈਨਰ ਦੇ ਵਿੱਚ ਹੈਗੀ ਹੈ। ਤਾਂ ਜੇ ਇੱਕ ਦੂਜੇ ਦੀ ਜਿਹੜੀ ਟ੍ਰਾਂਜੈਕਸ਼ਨ ਵਿੱਚ ਇੰਟਰਫੇਅਰੈਂਸ ਹੋਣ ਲੱਗ ਗਈ, ਇਟ ਮੀਨਸ ਕਨਕਰੈਂਟ ਅਸੈਸ ਜਿਹੜੀ ਹੈਗੀ ਆ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ। ਦੂਸਰੀ ਚੀਜ਼ ਕਿ ਅਗਰ ਸਾਰੇ ਯੂਜ਼ਰ ਸਿਰਫ ਰੀਡ ਕਰਦੇ ਆ, ਓਨਲੀ ਰੀਡ, ਇਟ ਮੀਨਸ ਉਹ ਡਾਟਾਬੇਸ ਨੂੰ ਅਸੈਸ ਕਰ ਰਹੇ ਆ, ਉਹਦੇ ਵਿੱਚ ਕੋਈ ਚੇਂਜਸ ਜਾਂ ਕੋਈ ਅਪਡੇਸ਼ਨਸ ਕੁਛ ਨਹੀਂ ਕਰ ਰਹੇ, ਸਿਰਫ ਰੀਡ ਕਰ ਰਹੇ ਆ। ਜਦੋਂ ਕਨਕਰੈਂਟ ਅਸੈਸ ਦੇ ਵਿੱਚ ਆਪਾਂ ਸਿਰਫ ਰੀਡ ਆਪਰੇਸ਼ਨ ਪਰਫਾਰਮ ਕਰਦੇ ਹਾਂ ਤਾਂ ਉਦੋਂ ਕਦੇ ਵੀ ਪ੍ਰੋਬਲਮਸ ਨਹੀਂ ਆਉਂਦੀਆਂ। ਪ੍ਰੋਬਲਮਸ ਕਦੋਂ ਆਉਂਦੀਆਂ? ਜਦੋਂ ਆਪਾਂ ਜਾਂ ਤਾਂ ਰਾਈਟ ਹੁੰਦਾ ਜਾਂ ਰੀਡ ਰਾਈਟ ਹੁੰਦਾ ਜਾਂ ਰਾਈਟ ਰੀਡ ਹੁੰਦਾ, ਤਾਂ 3 ਪ੍ਰੋਬਲਮਸ ਜਿਹੜੀਆਂ ਹੈਗੀਆਂ
इस ड्यू टू ਕਨਕਰੈਂਸੀ ਆਉਂਦੀਆਂ। ਲੌਸਟ ਅਪਡੇਟ ਪ੍ਰੋਬਲਮ ਜਿਹਨੂੰ ਆਪਾਂ ਰਾਈਟ ਕਨਫਲਿਕਟ ਬੋਲਦੇ ਹਾਂ, ਡਰਟੀ ਰੀਡ ਜਿਹਨੂੰ ਆਪਾਂ ਰਾਈਟ ਰੀਡ ਕਨਫਲਿਕਟ ਬੋਲਦੇ ਹਾਂ, ਔਰ ਅਨਰਿਪੀਟੇਬਲ ਰੀਡ ਜਿਹਨੂੰ ਆਪਾਂ ਰੀਡ ਰਾਈਟ ਕਨਫਲਿਕਟ ਬੋਲਦੇ ਹਾਂ। ਤਾਂ ਹੁਣ ਉਹ ਤਿੰਨੋਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਆਪਾਂ ਨੈਕਸਟ ਸਲਾਈਡਸ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆ ਗਈ ਲੌਸਟ ਅਪਡੇਟ ਪ੍ਰੋਬਲਮ ਜਿਹਨੂੰ ਆਪਾਂ ਕਹਿੰਦੇ ਰਾਈਟ ਕਨਫਲਿਕਟ। ਹੁਣ ਇਹਦੇ ਲਈ ਤੁਸੀਂ ਐਗਜ਼ਾਮਪਲ ਦੇਖੋ, a = 100 ਮੀਨਸ ਮੇਰੇ ਡਾਟਾਬੇਸ ਦੇ ਵਿੱਚ a ਦੀ ਵੈਲਿਊ 100 ਹੈ। ਮੈਂ ਉਹ ਰੀਡ ਕੀਤੀ RA 100, ਮੈਂ a ਦੀ ਵੈਲਿਊ ਰੀਡ ਕੀਤੀ, ਮੇਰੇ ਕੋਲ 100 ਵੈਲਿਊ ਮਿਲ ਗਈ ਮੈਨੂੰ। ਉਸ ਤੋਂ ਬਾਅਦ ਮੈਂ a ਦੇ ਉੱਪਰ ਅਰਥਮੈਟਿਕ ਆਪਰੇਸ਼ਨ ਪਰਫਾਰਮ ਕੀਤਾ, a = a - 50 ਮੀਨਸ ਕਿ ਮੈਂ ਉਹਦੇ ਵਿੱਚੋਂ ਮਾਈਨਸ ਕਰਤੇ 50, ਤਾਂ ਮੇਰੇ ਕੋਲ ਹੁਣ a ਦੀ ਵੈਲਿਊ ਰਹਿ ਗਈ 50। ਹੁਣ ਮੇਰੇ ਡਾਟਾਬੇਸ ਦੇ ਵਿੱਚ ਇਹ ਹੁਣ ਮੇਰੇ ਕੋਲ a ਦੀ ਵੈਲਿਊ ਜਿਹੜੀ ਟੈਂਪਰੇਰੀ ਸਟੋਰ ਹੈਗੀ ਹੈ 50। ਉਸ ਤੋਂ ਬਾਅਦ ਇੱਥੇ ਮੈਂ ਟ੍ਰਾਂਜੈਕਸ਼ਨ ਮੇਰੀ ਕੁਝ ਟਾਈਮ ਲਈ ਰੁਕ ਗਈ। ਜਦੋਂ ਮੇਰੀ ਇੱਥੇ ਟ੍ਰਾਂਜੈਕਸ਼ਨ ਰੁਕੀ T1 ਟ੍ਰਾਂਜੈਕਸ਼ਨ ਮੇਰੀ ਇੱਥੇ ਰੁਕ ਗਈ। ਉਸ ਤੋਂ ਬਾਅਦ T2 ਟ੍ਰਾਂਜੈਕਸ਼ਨ ਹੋਣ ਲੱਗ ਗਈ। T2 ਨੇ ਜਦੋਂ ਰੀਡ ਕੀਤਾ a ਨੂੰ, ਉਹਨੇ ਡਾਟਾਬੇਸ 'ਚੋਂ ਰੀਡ ਕਰਨਾ ਹੈ। ਜਿਹੜਾ ਆਪਣੇ ਕੋਲ a ਦੀ 50 ਵੈਲਿਊ T1 ਦੇ ਵਿੱਚ ਆਈ ਹੋਈ ਸੀ, ਉਹ ਟੈਂਪਰੇਰੀ ਸਟੋਰ ਹੋਈ ਹੈ, ਉਹ ਡਾਟਾਬੇਸ ਨਹੀਂ ਆਈ ਕਿਉਂਕਿ ਆਪਾਂ ਉਹਨੂੰ ਰਾਈਟ ਨਹੀਂ ਕੀਤਾ। ਇਸ ਕਰਕੇ T2 ਨੇ ਜਦੋਂ T2 ਟ੍ਰਾਂਜੈਕਸ਼ਨ ਵਿੱਚ a ਨੇ ਜਦੋਂ ਵੈਲਿਊ ਰੀਡ ਕਰਨੀ ਹੈ ਤਾਂ ਉਹਨੇ ਡਾਟਾਬੇਸ 'ਚੋਂ ਰੀਡ ਕਰਨੀ ਹੈ। ਡਾਟਾਬੇਸ 'ਚੋਂ ਉਹਨੇ ਰੀਡ ਕੀਤਾ, ਇਟ ਮੀਨਸ ਉਹਨੇ ਕੀ ਵੈਲਿਊ ਰੀਡ ਕਰਨੀ ਹੈ 100। ਤਾਂ ਉਹਦੇ ਉੱਪਰ ਆਪਾਂ ਫਿਰ ਅਰਥਮੈਟਿਕ ਆਪਰੇਸ਼ਨ ਪਰਫਾਰਮ ਕੀਤਾ ਹੈ, a = a × 2। ਹੁਣ ਇਹਨੇ ਮਲਟੀਪਲਾਈ ਕਰਕੇ a ਦੀ ਵੈਲਿਊ ਕੀ ਦੇਤੀ ਤੁਹਾਨੂੰ 200। ਇੱਥੇ ਫਿਰ ਤੁਹਾਡੀ ਟ੍ਰਾਂਜੈਕਸ਼ਨ ਪ੍ਰੀਐਂਪਟ ਹੋ ਗਈ, ਮੀਨਸ ਇੱਥੇ ਫਿਰ ਰੁਕ ਗਈ ਟ੍ਰਾਂਜੈਕਸ਼ਨ। ਉਸ ਦੀ ਟ੍ਰਾਂਜੈਕਸ਼ਨ ਰੁਕਣ ਤੋਂ ਬਾਅਦ T1 ਨੇ ਕੀ ਕੀਤਾ, ਰਾਈਟ ਕਰ ਲਿਆ। T1 ਕੋਲ ਟੈਂਪਰੇਰੀ a ਦੀ ਵੈਲਿਊ 50 ਸਟੋਰ ਸੀ, ਤਾਂ ਉਹਨੇ ਉਹੀ ਸਟੋਰ ਕਰਨੀ ਹੈ, ਰਾਈਟ ਕੀਤਾ ਉਹਨੇ 50। ਹੁਣ ਜਦੋਂ ਇਹਨੇ ਰਾਈਟ 50 ਕੀਤਾ, ਉਸ ਤੋਂ ਬਾਅਦ ਕੁਝ ਦੇਰ ਬਾਅਦ T2 ਨੇ ਆਪਦਾ ਰਾਈਟ ਕੀਤਾ। T2 ਕੋਲ ਪਹਿਲਾਂ ਹੀ ਵੈਲਿਊ 200 ਸਟੋਰ ਸੀਗੀ, ਤਾਂ 200 ਉਹਨੇ ਰਾਈਟ ਕਰਤਾ। ਹੁਣ ਦੇਖੋ ਜਿਹੜਾ ਡਾਟਾਬੇਸ ਹੈ, ਡਾਟਾਬੇਸ ਤੋਂ T1 ਨੇ ਵੀ 100 ਰੀਡ ਕੀਤਾ ਸੀ, T2 ਨੇ ਵੀ 100 ਰੀਡ ਕੀਤਾ ਸੀ। a ਦੀ ਵੈਲਿਊ T1 ਟ੍ਰਾਂਜੈਕਸ਼ਨ 'ਚ 50 ਹੋ ਗਈ, ਪਰ T2 ਟ੍ਰਾਂਜੈਕਸ਼ਨ ਦੇ ਵਿੱਚ ਜਦੋਂ ਆਪਾਂ ਰਾਈਟ ਕੀਤਾ ਤਾਂ a ਦੇ ਉੱਪਰ ਜਿਹੜਾ ਆਪਾਂ ਅਪਲਾਈ ਕੀਤਾ ਸੀ ਫਾਰਮੂਲਾ, ਉਹਦੇ ਨਾਲ a ਦੀ ਵੈਲਿਊ 200 ਹੋ ਗਈ। ਹੁਣ ਇਹ ਜਿਹੜਾ T2 ਟ੍ਰਾਂਜੈਕਸ਼ਨ ਨੇ a ਰਾਈਟ ਕੀਤਾ, ਉਹਨੇ ਕੀ ਕੀਤਾ, ਜਿਹੜੀ T1 ਵਾਲੀ ਟ੍ਰਾਂਜੈਕਸ਼ਨ ਸੀ ਸਾਰੀ ਦੀ ਸਾਰੀ ਇੱਥੋਂ ਲੌਸਟ ਹੋ ਗਈ, ਉਹਨੂੰ ਨਹੀਂ ਮਿਲੀ। ਕਿਉਂਕਿ ਇਹਦੇ ਰੀਡ ਕਰਨ ਤੋਂ ਬਾਅਦ ਉਹਨੇ ਰਾਈਟ ਕੀਤਾ, ਔਰ ਇਹਦੇ ਰਾਈਟ ਹੋਣ ਤੋਂ ਬਾਅਦ ਨੈਕਸਟ T2 ਨੇ ਰਾਈਟ ਕੀਤਾ, ਤਾਂ ਇਹਨਾਂ ਦੋਨਾਂ ਦੀ ਰਾਈਟ ਦੇ ਵਿੱਚ ਪ੍ਰੋਬਲਮ ਆ ਗਈ। ਤਾਂ ਇਸ ਕਰਕੇ ਆਪਾਂ ਨੂੰ ਬੋਲਦੇ ਹਾਂ ਰਾਈਟ ਕਨਫਲਿਕਟ। ਇਸ ਸਲਾਈਡ ਦੇ ਵਿੱਚ ਦੇਖੋ ਮੈਂ ਲੌਸਟ ਅਪਡੇਟ ਪ੍ਰੋਬਲਮ ਦੀ ਡੈਫੀਨੇਸ਼ਨ ਵੀ ਦਿੱਤੀ ਹੈ। ਵੈਨ ਮਲਟੀਪਲ ਟ੍ਰਾਂਜੈਕਸ਼ਨ ਰਨਿੰਗ ਕਨਕਰੈਂਟਲੀ ਦ ਲੌਸਟ ਅਪਡੇਟ ਪ੍ਰੋਬਲਮ ਅਕਰਸ ਵੈਨ ਡਾਟਾ ਵਿਚ ਇਜ਼ ਬੀਇੰਗ ਅਪਡੇਟਡ ਬਾਈ ਵਨ ਟ੍ਰਾਂਜੈਕਸ਼ਨ ਇਜ਼ ਬੀਇੰਗ ਓਵਰ ਰਿਟਨ, दूसरे के ऊपर ओवर रिटन हो गया बाय द अपडेट ऑफ अनदर ट्रांजैक्शन। नैक्सट प्रॉब्लम इज डर्टी रीड प्रॉब्लम, राइट रीड कन्फ्लिक्ट। इस देखो T1 ट्रांजैक्शन दे विच सब तो पहला आपां A रीड किया, अपने डाटाबेस दे विच A दी वैल्यू हैगी 70। उस तो बाद उहदे उपर अर्थमैटिक फंक्शन परफॉर्म किया A = A - 50, तो हुण A दी वैल्यू होगी 20। उस तो बाद आपां राइट करता A, तो राइट A, तो यदा मतलब अपने को A की वैल्यू हुण आ गई 20। उस तो बाद नैक्सट ट्रांजैक्शन स्टार्ट हुई T2, तो T2 ट्रांजैक्शन ने जो A की वैल्यू रीड करनी है तो उन्हें 20 रीड करनी है, क्योंकि आप पहला A नू रीड राइट कर चुके हैं T1 ट्रांजैक्शन दे विच। जो आप 20 जो मतलब कि T2 ट्रांजैक्शन ने A रीड किया तो उन्हें वैल्यू 20। उस बाद उन्हें वो उपर अर्थमैटिक परफॉर्म किया फंक्शन, तो A नू मल्टीप्लाई किया 2 दे नाल, तो A की वैल्यू आ गई तुहाडे कोल 40। हुण A की वैल्यू 40 आ गई। उस तो बाद A नू राइट किया, तो राइट किया तो A की वैल्यू आ गई 40। फिर आप कमिट करता, कमिट करना मतलब कि अपनी परमानेंटली डाटाबेस दे विच वैल्यू स्टोर होगी A की 40। पर कुछ टाइम बाद की होया, जिहड़ी T1 ट्रांजैक्शन सारी हुई सी वो फेल हो गई। T1 ट्रांजैक्शन कुछ टाइम बाद जाके फेल हो गई। आपां इत्थे लिखिया T1 ट्रांजैक्शन फेल। जो T1 ट्रांजैक्शन फेल हुई तो उन्होंने आपां नूं रोल बैक करना पिया, अनडू करना पिया। मीनस जो भी T1 दे विच ट्रांजैक्शनस होईयां सी, रीड होया सी या राइट होया सी, वो सारा कुछ अनडू हो गया। तो हुण
ए ਦੀ ਵੈਲਿਊ ਦੁਬਾਰਾ ਫੇਰ 70 ਹੋ ਗਈ। ए ਦੀ ਵੈਲਿਊ ਤਾਂ 70 ਹੋ ਗਈ, ਪਰ T2 ਦੇ ਵਿੱਚ ਆਪਾਂ A ਦੀ ਵੈਲਿਊ 20 ਰੀਡ ਕੀਤੀ ਹੋਈ ਸੀ, ਉਹ ਆਪਾਂ ਰੀਡ ਕਰੀ ਸੀ T1 ਦੇ ਰਿਜ਼ਲਟ ਨਾਲ, ਪਰ ਹੁਣ T1 ਦਾ ਰਿਜ਼ਲਟ ਤਾਂ ਖਤਮ ਹੀ ਹੋ ਗਿਆ। ਇਟ ਮੀਨਸ ਜਿਹੜਾ A ਰੀਡ ਹੋਇਆ ਹੈ ਉਹ ਡਰਟੀ ਰੀਡ ਹੈ। ਐਕਚੁਅਲੀ ਤਾਂ A ਨੇ T1 ਕੋਲੋਂ ਲਿਆ ਸੀ, ਸਹੀ ਸੀ ਉਸ ਟਾਈਮ 'ਤੇ, ਪਰ ਉਹਦੀ ਟ੍ਰਾਂਜੈਕਸ਼ਨ ਫੇਲ ਹੋਣ ਕਾਰਨ ਇਹ ਡਰਟੀ ਰੀਡ ਬਣ ਗਿਆ। ਤਾਂ ਇਸ ਚੀਜ਼ ਨੂੰ ਇਸ ਲਈ ਇਹਨੂੰ ਕਹਿੰਦੇ ਆ ਡਰਟੀ ਰੀਡ ਪ੍ਰੋਬਲਮ, ਰਾਈਟ ਰੀਡ ਕਨਫਲਿਕਟ। ਡੈਫੀਨੇਸ਼ਨ ਦੇਖੋ ਇਹਦੀ, when multiple transactions are running concurrently, the dirty read problem occurs when one transaction is allowed to see the intermediate result of another transaction before it is committed. Commit होने तो पहला उन्हें intermediate result देख ले। In other words, dirty read problem occurs when one transaction updated data item and then transaction abort, transaction ਵਿੱਚੋਂ ਹੀ abort होगी due to some reason, but the updated item is accessed by another transaction before it is changed back to its original value. Third problem is unrepeatable read, write read conflict. ਇਹਦੇ 'ਚ ਦੇਖੋ, ਮੰਨ ਲਓ ਆਪਾਂ ਇੱਕ ਲਾਇਬ੍ਰੇਰੀ ਦੇ ਵਿੱਚ ਗਏ, ਉੱਥੇ A ਦੇ ਵਿੱਚ 10 ਬੁੱਕਸ ਪਈਆਂ, A ਦੇ ਤਰ੍ਹਾਂ ਦੀਆਂ 10 ਬੁੱਕਸ ਹੈ। T1 ਯੂਜ਼ਰ ਨੇ ਕੀ ਕੀਤਾ, ਰੀਡ ਕੀਤਾ ਕਿ 10 ਬੁੱਕਸ ਹੈਗੀਆਂ। ਉਹਨੇ ਇੱਕ ਬੁੱਕ ਆਪਦੇ ਵਾਸਤੇ ਰਿਕੁਐਸਟ ਪਾਤੀ ਕਿ ਮੈਨੂੰ ਆਹ ਬੁੱਕ ਚਾਹੀਦੀ ਹੈ, ਤਾਂ ਉੱਥੇ ਕੀ ਹੋ ਗਈ, A ਦੀ ਵੈਲਿਊ A-1 ਹੋਇਆ ਤਾਂ 9 ਹੋ ਗਈ ਵੈਲਿਊ, ਪਰ ਉਹਨੇ ਹਜੇ ਰਾਈਟ ਨਹੀਂ ਕੀਤਾ। ਉੱਥੇ ਉਹ ਟੈਂਪਰੇਰੀ ਇੱਕ ਵਾਰ ਟ੍ਰਾਂਜੈਕਸ਼ਨ ਰੁਕ ਗਈ। ਫਿਰ T2 ਯੂਜ਼ਰ ਆਇਆ, T2 ਯੂਜ਼ਰ ਨੇ ਕੀ ਕੀਤਾ, ਰੀਡ ਕੀਤਾ, ਡਾਟਾਬੇਸ ਦੇ ਵਿੱਚ ਵੈਲਿਊ 10 ਹੀ ਸੀ, ਕਿਉਂਕਿ ਹਜੇ T1 ਨੇ ਰਾਈਟ ਨਹੀਂ ਕੀਤਾ ਸੀ। ਤਾਂ A ਦੀ ਵੈਲਿਊ ਉਹਨੂੰ 10 ਮਿਲੀ। ਉਹਨੇ ਵੀ ਇੱਕ ਬੁੱਕ ਰਿਕੁਐਸਟ ਕਰਨ ਲਈ, ਇਸ਼ੂ ਕਰਵਾਉਣ ਲਈ ਰਿਕੁਐਸਟ ਪਾਤੀ, ਤਾਂ A ਦੀ ਵੈਲਿਊ ਆਈ A-1। ਹੁਣ ਰਾਈਟ A ਕੀਤਾ, ਆਪਣੇ ਕੋਲ 9, ਉਹਨੇ ਨਾਲ ਦੀ ਨਾਲ ਕਮਿਟ ਕਰਤਾ। ਜਦੋਂ ਕਮਿਟ ਕਰਤਾ ਤਾਂ ਡਾਟਾਬੇਸ ਦੇ ਵਿੱਚ ਵੈਲਿਊ ਜਿਹੜੀ ਹੈਗੀ ਤੁਹਾਡੀ A ਦੀ ਵੈਲਿਊ 9 ਸਟੋਰ ਹੋ ਗਈ। ਹੁਣ ਜਦੋਂ ਕਮਿਟ ਕੀਤਾ ਉਸ ਤੋਂ ਬਾਅਦ T1 ਨੇ ਜਿਹੜਾ ਹੈਗਾ ਰਾਈਟ ਕਰਨਾ ਸ਼ੁਰੂ ਕੀਤਾ। ਜਦੋਂ T1 ਨੇ ਰਾਈਟ ਕਰਨਾ ਸ਼ੁਰੂ ਕੀਤਾ ਤੇ ਉਹਦੇ ਕੋਲ ਪਹਿਲਾਂ ਹੀ ਵੈਲਿਊ ਜਿਹੜੀ ਇੱਕ ਟੈਂਪਰੇਰੀ ਸਟੋਰ ਸੀ A ਦੀ ਵੈਲਿਊ 9, ਉਹ ਲੋਕਲ ਰਜਿਸਟਰ 'ਚ ਪਈ ਸੀ। ਡਾਟਾਬੇਸ 'ਚੋਂ ਨਹੀਂ ਵੈਲਿਊ ਲਈ ਉਹਨੇ, T1 ਨੇ, ਉਹਨੇ ਉਹੀ ਵੈਲਿਊ ਚੁੱਕ ਲਈ। ਜਦੋਂ ਉਹ ਵੈਲਿਊ ਚੱਕੀ ਤਾਂ ਉਹਨੂੰ ਵੈਲਿਊ 9 ਮਿਲੀ, ਉਹਨੇ ਉੱਥੇ ਹੀ ਕਮਿਟ ਕਰਤਾ। ਕਮਿਟ ਕਰਨ ਤੋਂ ਬਾਅਦ ਇੱਥੇ ਵੀ ਵੈਲਿਊ ਡਾਟਾਬੇਸ ਦੀ 9 ਹੀ ਸਟੋਰ ਹੋ ਗਈ। ਇਹਦਾ ਮਤਲਬ ਬੁੱਕਸ 2 ਜਣੇ ਨੇ ਇਸ਼ੂ ਕਰਵਾ ਲਈਆਂ, ਬਟ ਵੈਲਿਊ ਜਿਹੜੀ ਹੈਗੀ ਡਾਟਾਬੇਸ ਦੀ ਸਟਿਲ 9 ਹੀ ਰਹੀ। ਤਾਂ ਇਹਨੂੰ ਆਪਾਂ ਕਹਿੰਦੇ ਆ ਰਾਈਟ ਰੀਡ ਕਨਫਲਿਕਟ, ਮੀਨਸ 2 ਜਣੇ ਦੇ ਬੁੱਕਸ ਇਸ਼ੂ ਕਰਾਉਣ ਤੋਂ ਬਾਅਦ ਵੀ ਪ੍ਰੋਪਰ ਜਿਹੜੀ ਹੈਗੀ ਹੈ ਡਾਟਾਬੇਸ ਦੇ ਵਿੱਚ ਵੈਲਿਊਜ਼ ਜਿਹੜੀਆਂ ਅਪਡੇਟ ਨਹੀਂ ਹੋਈਆਂ। Definition देखो unrepeatable read दी, when multiple transactions are running concurrently, the unrepeatable read problem occurs when a transaction reads an item twice. An item is updated by another transaction between the two reads, so transaction receives different value for its two reads at the same time. Thanks.